ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਸਾਵਣ ਬਦੀ 9ਵੀਂ 1713 ਬਿਕਰਮੀ ਸੰਮਤ ਭਾਵ 14 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਹੁੰਦਾ ਹੈ। ਗੁਰੂ ਮਹਾਰਾਜ ਜਿਸ ਸਮੇਂ ਪ੍ਰਗਟ ਹੋਏ ਭਾਰਤ ਵਰਸ਼ ਵਿੱਚ ਉਸ ਸਮੇਂ ਹਕੂਮਤ ਔਰੰਗਜ਼ੇਬ ਦੀ ਸੀ, ਜੋ ਇਸਲਾਮ ਜਗਤ ਨੂੰ ਪ੍ਰਫੁੱਲਤ ਕਰਨ ਦੇ ਲਈ ਹਿੰਦੂ ਵੀਰਾਂ ਨੂੰ ਤਸੀਹੇ ਦੇ ਕੇ ਜ਼ੁਲਮੋ ਸਤਮ ਢਾਹ ਕੇ ਲਾਲਚ ਦੇ ਕੇ ਕਲਮਾ ਪੜ੍ਹਾਉਂਦਾ ਸੀ। ਕਾਜ਼ੀਆਂ ਨੇ ਮੁੱਲਾਂ ਨੇ ਇਹਦੇ ਕੰਨ ਗੁਰੂ ਘਰ ਦੇ ਖਿਲਾਫ ਵੀ ਭਰੇ। ਗੁਰੂ ਨਾਨਕ ਦਾ ਘਰ ਕਹਿੰਦੇ ਬੜਾ ਅਜ਼ਮਤੀ ਹੈ, ਹਿੰਦੂ ਕੀ ਮੁਸਲਮਾਨ ਕੀ ਉਸ ਘਰ ਅੰਦਰ ਸਜਦਾ ਕਰਦੇ ਨੇ, ਸਿਰ ਝੁਕਾਉਂਦੇ ਨੇ। ਆਏ ਔਰੰਗਜ਼ੇਬ, ਅਗਰ ਗੁਰੂ ਨਾਨਕ ਦਾ ਘਰ ਕਲਮਾ ਪੜ੍ਹ ਲਵੇ, ਇਸਲਾਮ ਕਬੂਲ ਕਰ ਲਵੇ, ਲੱਖਾਂ ਹੀ ਹਿੰਦੂ ਸਿੱਖ ਉਹਨਾਂ ਦੇ ਪਿੱਛੇ ਕਲਮਾ ਪੜ੍ਹ ਲੈਣਗੇ ਔਰ ਇਸਲਾਮ ਪ੍ਰਫੁੱਲਤ ਹੋਵੇਗਾ। ਸੋ ਕੰਨਾਂ ਦਾ ਕੱਚਾ ਔਰੰਗਜ਼ੇਬ ਇਸਨੇ ਗੁਰੂ ਹਰਰਾਏ ਸਾਹਿਬ ਜੀ ਨੂੰ ਸੁਨੇਹਾ ਭੇਜਿਆ ਹੈ ਕਿ ਦਿੱਲੀ ਆ ਕੇ ਦਰਸ਼ਨ ਦਿਓ। ਔਰ ਗੁਰੂ ਮਹਾਰਾਜ ਨੇ ਇਹ ਬਚਨ ਕਿਹਾ ਸੀ, ਨਹਿ ਮਲੇਸ਼ ਕੋ ਦਰਸ਼ਨ ਦੈ ਹੈ। ਇਹ ਪਾਪ ਕਮਾਉਂਦਾ ਹੈ, ਜ਼ੁਲਮੋ ਸਤਮ ਹਟਾਉਂਦਾ ਹੈ, ਇਸ ਪਾਪੀ ਦੇ ਮੱਥੇ ਨਹੀਂ ਲੱਗਣਾ। ਫਿਰ ਰਹਿ ਕੀਤੀ ਗਈ, ਵਿਚਾਰ ਕੀਤੀ ਗਈ ਕਿ ਗੁਰੂ ਘਰ ਵੱਲੋਂ ਗੁਰੂ ਮਹਾਰਾਜ ਗੁਰੂ ਹਰਰਾਏ ਸਾਹਿਬ ਦੇ ਵੱਡੇ ਲਖਤੇ ਜਿਗਰ ਬਾਬਾ ਰਾਮ ਰਾਏ ਜੀ, ਜੋ ਮਾਤਾ ਰਾਮ ਕੌਰ ਦੀ ਜੀ ਕੁੱਖ ਚੋਂ ਪੈਦਾ ਹੋਏ ਸਨ, ਤਿੰਨਾਂ ਨੂੰ ਬਖਸ਼ਿਸ਼ਾਂ ਦੇ ਕੇ ਪਾਤਸ਼ਾਹ ਨੇ ਔਰੰਗਜ਼ੇਬ ਦੇ ਨਾਲ ਸਵਾਲ ਜਵਾਬ ਕਰਨ ਲਈ ਭੇਜਿਆ। ਬੇਅੰਤ ਕਰਾਮਾਤਾਂ ਔਰੰਗਜ਼ੇਬ ਦੇ ਕਹਿਣ ਤੇ ਬਾਬਾ ਰਾਮ ਰਾਏ ਜੀ ਨੇ ਦਿਖਾਈਆਂ ਔਰ ਉੱਥੇ ਇੱਕ ਮਹਾਨ ਅਜ਼ਮਤ ਵਿਖਾਈ ਗਈ। ਜਮਨਾ ਦੇ ਪਾਣੀ ਉੱਪਰ ਚੱਲ ਕੇ ਰਾਮ ਰਾਏ ਜੀ ਨੇ ਵਿਖਾਇਆ। ਇਹਦੇ ਤੇ ਅੱਜ ਕੱਲ੍ਹ ਬੜੇ ਤਰਕ ਕਰਦੇ ਨੇ, ਪਰ ਤੁਸੀਂ ਅੱਜ ਵੀ ਦੇਖੋ, YouTube ਤੇ ਸਰਚ ਕਰਕੇ ਦੇਖੋ, ਮਜੀਸ਼ੀਅਨ ਵਾਕਿੰਗ ਔਨ ਦਾ ਵਾਟਰ, ਇੱਦਾਂ ਕੁਛ ਟਾਈਪ ਕਰਕੇ ਵੇਖੋਗੇ, ਕਈ ਜਾਦੂਗਰ ਸਾਹਮਣੇ ਆਉਣਗੇ ਜੋ ਪਾਣੀ ਤੇ ਚੱਲ ਪੈਂਦੇ ਨੇ। ਬਾਣੀ ਦਾ ਵੀ ਫਰਮਾਨ ਹੈ, ਅਸ਼ਟ ਸਿੱਧ ਨਵ ਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇਹ। ਇਹ ਰਿੱਧੀਆਂ ਸਿੱਧੀਆਂ ਦਾ 8 miraculous spiritual powers and 9 treasures are contained in the ਨਾਮ, that name of the Lord। ਰੱਬ ਦੇ ਨਾਮ ਵਿੱਚ ਰਿੱਧੀਆਂ ਸਿੱਧੀਆਂ ਕਰਾਮਾਤਾਂ ਆ ਜਾਂਦੀਆਂ ਨੇ। ਸੋ ਔਰੰਗਜ਼ੇਬ ਬੜਾ ਪ੍ਰਭਾਵਿਤ ਹੋਇਆ ਕਰਾਮਾਤਾਂ ਵੇਖ ਕੇ, ਬੜੀਆਂ ਜਗੀਰਾਂ ਦਿੱਤੀਆਂ, ਮਾਇਆ ਦਿੱਤੀ, ਪ੍ਰੇਮ ਕੀਤਾ ਬਾਬਾ ਰਾਮ ਰਾਏ ਜੀ ਦੇ ਨਾਲ। ਜਦੋਂ ਔਰੰਗਜ਼ੇਬ ਦੇ ਦਰਬਾਰ ਵਿੱਚ ਗੁਰੂ ਕਿਆਂ ਦੀ ਵਡਿਆਈ ਵੇਖੀ, ਕਾਰੀ ਮੁੱਲਾ ਤਿਲਮਿਲਾ ਉੱਠੇ। ਈਰਖਾ ਵਿੱਚ ਆ ਕੇ ਔਰੰਗਜ਼ੇਬ ਨੂੰ ਕਹਿੰਦੇ, ਜੀ ਇੰਨਾ ਖੁਸ਼ ਨਾ ਹੋਵੋ, ਇਹਨਾਂ ਤੇ ਇਹਨਾਂ ਦੇ ਧਾਰਮਿਕ ਗ੍ਰੰਥ ਵਿੱਚ ਇਸਲਾਮ ਜਗਤ ਦੀ ਤੌਹੀਨ ਹੈ। ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ। ਇੱਦਾਂ ਦੇ ਬੋਲ ਲਿਖੇ ਹੋਏ ਨੇ। ਇਹ ਦਾਅਵਾ ਕਰਦੇ ਨੇ ਗੁਰੂ ਨਾਨਕ ਦਾ ਘਰ ਕਿਸੇ ਧਰਮ ਨਾਲ, ਕਿਸੇ ਵਰਨ ਨਾਲ ਵਿਤਕਰਾ ਨਹੀਂ ਕਰਦਾ, ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦਾ। ਇਹ ਫਿਰ ਇਸਲਾਮ ਜਗਤ ਬਾਬਤ ਇਹ ਕਿਉਂ ਕਿਹਾ ਗਿਆ ਹੈ? ਇਹ ਧਿਆਨ ਦਿਓ ਇਹਨਾਂ ਪੰਕਤੀਆਂ ਵੱਲ। ਅਸਲ ਵਿੱਚ ਇਸਲਾਮ ਜਗਤ ਦੀ ਇਹ ਮਨੌਤ ਹੈ ਵੀ ਇਹ ਖਿਆਲ ਕਰਦੇ ਨੇ ਜਿਹੜਾ ਸਰੀਰ ਮਰਨ ਤੋਂ ਬਾਅਦ ਸਾੜਿਆ ਜਾਂਦਾ ਉਹ ਦੋਜ਼ਖ ਜਾਂਦਾ ਹੈ, ਤੇ ਜਿਹੜਾ ਕਬਰ ਵਿੱਚ ਪੈਂਦਾ ਹੈ ਉਹਨੂੰ ਨਜ਼ਾਤ ਹਾਸਲ ਹੁੰਦੀ ਹੈ। ਗੁਰੂ ਸਾਹਿਬ ਨੇ ਇਹਨਾਂ ਪੰਕਤੀਆਂ ਵਿੱਚ ਇਹ ਕਿਹਾ ਸੀ ਵੀ ਜੇ ਕਿਤੇ ਮੁਸਲਮਾਨ ਕੋਈ ਮਰ ਜਾਵੇ ਤੇ ਕਬਰ ਵਿੱਚ ਉਹਦਾ ਸਰੀਰ ਹੋਵੇ, ਉਸ ਕਬਰ ਦੀ ਮਿੱਟੀ ਘੁਮਿਆਰ ਦੇ ਵੱਸ ਪੈ ਜਾਵੇ। ਹੁਣ ਜਦੋਂ ਚੀਕੜੀ ਮਿੱਟੀ ਤੋਂ ਘੁਮਿਆਰ ਭਾਂਡੇ ਤਿਆਰ ਕਰੇਗਾ, ਉਸ ਮਿੱਟੀ ਤੋਂ ਭਾਂਡੇ ਘੜੇਗਾ, ਉਹ ਜਦੋਂ ਅੱਗ ਦੇ ਵਿੱਚ ਮਿੱਟੀ ਪਾਈ ਜਾਵੇਗੀ ਭਾਂਡਿਆਂ ਨੂੰ ਬਣਾਉਣ ਦੇ ਲਈ, ਉਹਦਾ ਇੱਕ ਆਕਾਰ ਬਣਾਉਣ ਦੇ ਲਈ, ਉਹ
ਚੀਕਣੀ ਮਿੱਟੀ 'ਚੋਂ ਫਿਰ ਭੜ ਦੀ ਆਵਾਜ਼ ਆਉਂਦੀ ਹੈ ਔਰ ਇਉਂ ਲੱਗਦਾ ਹੈ ਜਲਦੀ ਕਰੇ ਪੁਕਾਰ, ਜਿਵੇਂ ਪੁਕਾਰ ਕੇ ਉਹ ਮਿੱਟੀ ਕਹਿ ਰਹੀ ਹੋਵੇ ਵੀ ਮੈਨੂੰ ਛਡਾ ਲਵੋ। ਜਲ ਰੋਵੈ ਬਪੁੜੀ, ਝੜ ਪਵਹਿ ਅੰਗਿਆਰ। ਉਹ 'ਚੋਂ ਅੰਗਿਆਰ ਝੜ ਕੇ ਪੈਂਦੇ ਨੇ, ਭੜ ਦੀ ਆਵਾਜ਼ ਆਉਂਦੀ ਹੈ। ਅਖੀਰ ਤੇ ਮਹਾਰਾਜ ਕਹਿੰਦੇ ਨੇ, ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੈ ਕਰਤਾਰ। ਅਸਲ ਵਿੱਚ ਨਿਜਾਤ ਜਾਂ ਦੋਜ਼ਕ ਇਹ ਕਿਸ ਨੂੰ ਮਿਲੇਗਾ, ਇਹ ਕਰਤਾ ਜਾਣਦਾ ਹੈ। ਇਹ ਕਰਮਾਂ ਦੇ ਅਨੁਸਾਰ ਹੈ। ਜੋ ਚੰਗੇ ਕਰੇਗਾ ਨਿਜਾਤ ਪਾਵੇਗਾ, ਮੰਦੇ ਕਰੇਗਾ ਦੋਜ਼ਕ ਨਰਕ ਵਿੱਚ ਪਾਇਆ ਜਾਵੇਗਾ। ਸੋ ਇਹ ਕਰਤਾ ਹੀ ਜਾਣਦਾ ਹੈ ਜਿਸ ਨੇ ਇਹ ਫੈਸਲਾ ਕਰਨਾ ਹੈ। ਇਹ ਨਹੀਂ ਵੀ ਕਿਸੇ ਨੂੰ ਸਾੜ ਦਿਓ ਤੇ ਉਹ ਨਰਕਾਂ ਨੂੰ ਜਾਂਦਾ, ਕਬਰ ਵਿੱਚ ਦੱਬ ਦਿਓ ਤੇ ਸਵਰਗਾਂ ਵਿੱਚ ਜਾਂਦਾ ਹੈ। ਸੋ ਮਹਾਰਾਜ ਨੇ ਇੱਥੇ ਇੱਕ ਸਿੱਖਿਆ ਦਿੱਤੀ ਸੀ। ਹੋਰ ਇਸਲਾਮ ਧਰਮ ਦੇ ਖਿਲਾਫ ਇਹ ਕੁਝ ਨਹੀਂ ਸੀ ਲਿਖਿਆ, ਪਰ ਰਾਮ ਰਾਏ ਨੂੰ ਮਿਲੀਆਂ ਹੋਈਆਂ ਜਗੀਰਾਂ, ਉਹ ਦਿੱਲੀ ਦਰਬਾਰ ਵਿੱਚ ਮਿਲਿਆ ਸਤਿਕਾਰ, ਉਸ ਮਾਇਆ ਦੇ ਅਧੀਨ ਰਾਮ ਰਾਏ ਦੀ ਮੱਤ ਐਸੀ ਵੱਜੀ, ਔਰੰਗਜ਼ੇਬ ਦੀਆਂ ਖੁਸ਼ੀਆਂ ਤੇ ਮਿਲ ਗਈਆਂ, ਪਰ ਖੁਦਾ ਗੁਰੂ ਹਰਿਰਾਏ ਸਾਹਿਬ ਨੂੰ ਨਾਰਾਜ਼ ਕਰ ਬੈਠਾ। ਸਿੱਖਾਂ ਨੇ ਦੱਸਿਆ ਮਹਾਰਾਜ ਬਾਣੀ ਦੀ ਬੇਅਦਬੀ ਕੀਤੀ ਹੈ ਰਾਮ ਰਾਏ ਜੀ ਨੇ, ਕੁਝ ਅਲਫਾਜ਼ ਬਦਲ ਦਿੱਤੇ ਨੇ। ਮਹਾਰਾਜ ਨੇ ਵੀਰ ਰਸ ਵਿੱਚ ਆ ਕੇ ਕਿਹਾ ਸੀ, ਜਿਨ ਭੈ ਅਦਬ ਨਾ ਬਾਣੀ ਧਾਰਾ, ਸੋ ਸਿੱਖ ਜਾਨੋ ਨਹੀਂ ਹਮਾਰਾ। ਜਿਹੜਾ ਸਿੱਖ ਬਾਣੀ ਦਾ ਅਦਬ ਨਹੀਂ ਕਰਦਾ ਉਹ ਸਾਡਾ ਸਿੱਖ ਨਹੀਂ ਹੈ। ਰਾਮ ਰਾਏ ਨੂੰ ਗੁਰੂ ਸਾਹਿਬ ਕਹਿੰਦੇ, ਕਹਿ ਦਿਓ ਜਿੱਧਰ ਨੂੰ ਮੂੰਹ ਹੈ ਚਲਿਆ ਜਾਵੇ, ਸਾਡੇ ਪਾਸ ਵਾਪਸ ਨਾ ਆਵੇ। ਇਸ ਤਰ੍ਹਾਂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਛੋਟੇ ਲਖਤੇ ਜਿਗਰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਦਾ ਤਖਤ ਬਖਸ਼ਿਆ, ਮਲਕੀਅਤ ਬਖਸ਼ੀ ਤਖਤ ਦੀ। ਕੱਤਕ ਵਦੀ 9ਵੀਂ 1718 ਬਿਕਰਮੀ ਨੂੰ, ਭਾਵ 8 ਨਵੰਬਰ 1661 ਈਸਵੀ ਨੂੰ, ਕੇਵਲ 5 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਨਾਨਕ ਦੇ ਤਖਤ ਦੇ ਵਾਰਸ ਬਣੇ। ਹੁਣ ਇੱਥੇ ਕਈ ਤਰਕ ਕਰ ਦਿੰਦੇ ਵੀ ਇਸ ਉਮਰ ਵਿੱਚ ਤੇ ਬੱਚੇ ਨੂੰ ਸਮਝ ਨਹੀਂ ਹੈ, ਉਹਦੀ ਜਿਹੜੀ ਵਿਚਾਰ ਹੈ ਉਹ ਕੋਈ ਬਹੁਤੀ ਸਿਆਣਪ ਵਾਲੀ ਨਹੀਂ ਹੁੰਦੀ। ਧਿਆਨ ਦਿਓ, ਸਿੱਖ ਜਗਤ ਅੰਦਰ ਚੌਂਕੜੇ ਨਾਲ, ਇਬਾਦਤ ਨਾਲ, ਸ਼ੁਭ ਗੁਣਾਂ ਨਾਲ, ਸ਼ੁਭ ਵਿਚਾਰ ਦੇ ਨਾਲ ਬਜ਼ੁਰਗੀ ਸਮਝੀ ਗਈ ਹੈ, ਨਾ ਕਿ ਧੌਲਿਆਂ ਦੇ ਨਾਲ। ਹੁਣ ਦੇਖੋ ਮਹਾਰਾਜ ਨੇ ਬਾਣੀ ਵਿੱਚ ਇਹ ਨਹੀਂ ਲਿਖਿਆ ਵੀ ਕੋਈ 90 ਸਾਲ ਦਾ ਬਜ਼ੁਰਗ ਹੈ ਉਹ ਤੋਂ ਪੁੱਛੋ ਰੱਬ ਕਿਵੇਂ ਮਿਲਦਾ ਹੈ। ਕਹਿੰਦੇ ਨਹੀਂ, ਇਹ 5 ਸਾਲ ਦੇ ਬੱਚੇ ਨੂੰ ਵੀ ਸਮਝ ਹੋ ਸਕਦੀ ਹੈ ਜੇ ਪਰਮਾਤਮਾ ਦੀ ਕਿਰਪਾ ਹੋਵੇ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ 5 ਕੁ ਵਰ੍ਹਿਆਂ ਦੇ ਧਰੂ ਜੀ ਛੋਟੀ ਉਮਰੇ ਪ੍ਰਹਿਲਾਦ ਜੀ ਨੂੰ ਜ਼ਿਆਦਾ ਸਮਝ ਹੈ ਰੱਬ ਕਿਵੇਂ ਖੁਸ਼ ਕਰਨਾ, ਜਿਹੜੀ 90-95 ਵਰ੍ਹੇ ਦੀ ਉਮਰ ਵਿੱਚ ਔਰੰਗਜ਼ੇਬ ਨੂੰ ਸਮਝ ਨਹੀਂ ਲੱਗੀ। ਭਾਈ ਨੰਦ ਲਾਲ ਵੀ ਕਹਿੰਦੇ ਨੇ, ਇਸ ਤੋਂ ਪਹਿਲਾਂ ਕਿ ਧੌਲੇ ਆ ਜਾਣ, ਬੰਦਗੀ ਕਰਕੇ ਸਿਆਣਪਾਂ ਬਜ਼ੁਰਗੀ ਸ਼ੁਭ ਗੁਣ ਹਾਸਲ ਕਰ ਲੈ। ਉਹ ਮਹਾਪੁਰਸ਼ ਕਹਿੰਦੇ ਨੇ, ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਵਰਨਾ ਆਖਰ ਮੀ ਕਸ਼ੀ ਸ਼ਰਮੰਦਗੀ। ਬਸ ਬਜ਼ੁਰਗੀ ਹਸਤ ਅੰਦਰ ਯਾਦ ਊ ਕੁਨ ਯਾਦ ਊ ਕੁਨ ਯਾਦ ਊ। ਪਰਮਾਤਮਾ ਨੂੰ ਯਾਦ ਕਰ ਲੈ, ਇਹ ਨਾ ਹੋਵੇ ਕਿਤੇ ਉਹਦੇ ਦਰਬਾਰ ਵਿੱਚ ਜਾ ਕੇ ਸ਼ਰਮਿੰਦਗੀ ਤੇਰੇ ਪੱਲੇ ਪਵੇ, ਉਹਦੇ ਗੀਤ ਗਾਇਆ ਕਰ। ਸੋ ਇੱਥੇ ਗੁਰੂ ਘਰ ਅੰਦਰ, ਅਧਿਆਤਮਕ ਦੁਨੀਆ ਅੰਦਰ ਉਮਰ ਦੀ ਗੱਲ ਨਹੀਂ ਹੈ। ਇੱਥੇ ਧੌਲਿਆਂ ਨਾਲ ਬਜ਼ੁਰਗੀ ਨਹੀਂ, ਬੰਦਗੀ ਨਾਲ ਬਜ਼ੁਰਗੀ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਅੰਦਰਲੀ ਅਡੋਲਤਾ, ਕੋਮਲਤਾ ਅਤੇ ਹੁਕਮ ਵਿੱਚ ਚੱਲਣ ਦੀ ਜੋ ਬਰਕਤ ਸੀ 7ਵੇਂ ਪਾਤਸ਼ਾਹ ਨੂੰ ਭਾਈ। ਸਭ ਤੋਂ ਵੱਡੀ ਬਾਤ ਗੁਰੂ ਘਰ ਅੰਦਰ ਪ੍ਰਵਾਨਗੀ ਹੁਕਮ ਮੰਨਣ ਵਾਲੇ ਨੂੰ ਹੈ। ਰਾਮ ਰਾਏ ਜੀ ਨੇ ਹੁਕਮ ਨਹੀਂ ਮੰਨਿਆ, ਕੁਝ ਹਾਸਲ ਨਹੀਂ ਕਰ ਸਕੇ। ਇੱਥੇ ਮਹਾਰਾਜ ਕਹਿੰਦੇ ਨੇ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਜਿਹੜਾ ਹੁਕਮ ਮੰਨਦਾ ਹੈ ਉਸ ਨੂੰ ਹੀ ਸਭ ਕੁਝ ਹਾਸਲ ਹੁੰਦਾ ਹੈ। ਹੁਕਮ ਨਾਲੋਂ ਵੱਧ ਕੇ ਕੁਝ ਵੀ ਨਹੀਂ ਹੈ ਗੁਰੂ ਘਰ ਵਿੱਚ। ਹੁਣ ਸਮਾਂ ਆਇਆ, ਰਾਮ ਰਾਏ ਜੀ ਨੂੰ ਜਦੋਂ ਪਤਾ ਚੱਲਿਆ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਤਖਤ ਮਿਲ ਗਿਆ ਹੈ, ਤਿਲਮਿਲਾ ਉੱਠਿਆ, ਜਾ ਕੇ ਔਰੰਗਜ਼ੇਬ ਦੇ ਕੋਲ ਸ਼ਿਕਾਇਤ ਕਰਦੇ ਨੇ, ਮੈਥੋਂ ਮੇਰਾ ਹੱਕ ਖੋਲਿਆ, ਮੇਰੇ ਪਿਤਾ ਨੇ ਮੇਰੀ ਜਗ੍ਹਾ ਤੇ 5 ਵਰ੍ਹਿਆਂ ਦੇ ਭਾਈ ਨੂੰ ਤਖਤ ਤੇ ਬਿਠਾ ਦਿੱਤਾ ਜਿਸ ਨੂੰ ਕੋਈ ਦੁਨੀਆ ਦੀ ਸੂਝ ਬੂਝ ਨਹੀਂ ਹੈ।
ਉਹਨੂੰ ਦਿੱਲੀ ਦਰਬਾਰ ਸੱਦੋ, ਮੈਨੂੰ ਮੇਰਾ ਹੱਕ ਦਿਵਾਓ। ਔਰੰਗਜ਼ੇਬ ਬੜਾ ਚਾਲਬਾਜ਼ ਸੀ। ਉਹਨੇ ਸੋਚਿਆ ਵੀ ਗੁਰਤਾ ਗੱਦੀ ਮੇਰੇ ਨਾਲ ਸਹਿਮਤੀ ਰੱਖਣ ਵਾਲੇ ਰਾਮ ਰਾਏ ਨੂੰ ਮਿਲੇ ਤੇ ਪੰਜਾਬ ਵਿੱਚ ਇਸਲਾਮ ਦਾ ਹੋਰ ਬੋਲਬਾਲਾ ਹੋ ਸਕਦਾ ਹੈ। ਇਹ ਵੱਡਾ ਤੇ ਮੇਰੇ ਕਹਿਣੇ ਵਿੱਚ ਹੀ ਹੈ, ਛੋਟੇ ਨੂੰ ਵੀ ਸੱਦ ਲੈਂਦੇ ਆ, ਜੇ ਪ੍ਰੇਮ ਨਾਲ ਮੰਨ ਜਾਵੇ, ਲਾਲਚ ਨਾਲ ਮੰਨ ਜਾਵੇ ਠੀਕ ਹੈ, ਨਹੀਂ ਤੇ ਡਰਾ ਧਮਕਾ ਕੇ ਅਧੀਨ ਕਰ ਲਵਾਂਗੇ। ਜੇ ਅਧੀਨਗੀ ਨਹੀਂ ਸਵੀਕਾਰ ਕਰਦਾ ਤੇ ਦੋਵਾਂ ਭਰਾਵਾਂ ਨੂੰ ਆਪਸ ਵਿੱਚ ਡਾਹ ਦੇਵਾਂਗੇ, ਮਰਮੁੱਕ ਜਾਣਗੇ, ਇਸਲਾਮ ਦੇ ਪ੍ਰਚਾਰ ਦਾ ਰਾਹ ਸਾਫ਼ ਹੋ ਜਾਵੇਗਾ। ਔਰ ਰਾਮ ਰਾਏ ਜੀ ਦੀ ਇਹ ਵਿਉਂਤ ਸੀ ਵੀ ਜੇ ਗੁਰੂ ਹਰ ਰਾਏ ਸਾਹਿਬ ਇਹ ਬਚਨ ਕਰਕੇ ਗਏ ਨੇ, ਨਹਿ ਮਲੇਸ਼ ਕੋ ਦਰਸ਼ਨ ਦੈ ਹੈ, ਤੇ ਇਹਨਾਂ ਬਚਨਾਂ ਦੀ ਉਲੰਘਣਾ ਅਗਰ ਗੁਰਤਾ ਦਾ ਮਾਲਕ ਗੁਰੂ ਹਰਕ੍ਰਿਸ਼ਨ ਕਰੇਗਾ, ਦਿੱਲੀ ਆ ਕੇ ਔਰੰਗਜ਼ੇਬ ਨੂੰ ਮਿਲੇਗਾ ਤੇ ਮੈਂ ਰੌਲਾ ਪਵਾ ਦੇਵਾਂਗਾ ਵੀ ਪਿਤਾ ਦੇ ਹੁਕਮ ਦੀ ਉਲੰਘਣਾ ਕੀਤੀ ਹੈ, ਸੰਗਤ ਮੇਰੇ ਪੱਖ ਵਿੱਚ ਹੋ ਜਾਵੇਗੀ। ਤੇ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਕੀਰਤਪੁਰ ਸਾਹਿਬ ਤੋਂ ਦਿੱਲੀ ਨਾ ਆਏ ਤੇ ਔਰੰਗਜ਼ੇਬ ਦੇ ਕੰਨ ਭਰਾਂਗਾ ਵੀ ਇਹ ਬਾਗੀ ਹੋ ਗਏ ਨੇ, ਇਹਨਾਂ ਨੂੰ ਸੱਦ ਕੇ ਸਜ਼ਾ ਦਿਓ। ਸੋ ਐਸੀ ਵਿਉਂਤ ਘੜੀ ਗਈ। ਔਰੰਗਜ਼ੇਬ ਜਾਣਦਾ ਸੀ ਵੀ ਆਪਣੇ ਪਿਤਾ ਦੀ ਨਿਆਈ ਗੁਰੂ ਹਰ ਰਾਏ ਸਾਹਿਬ ਮੇਰੇ ਕਹੇ ਅਨੁਸਾਰ ਨਹੀਂ ਚੱਲਣਗੇ, ਨਾ ਇੱਥੇ ਆਉਣਗੇ ਮੇਰੇ ਸੱਦਿਆਂ। ਗੁਰੂ ਘਰ ਦਾ ਸੇਵਕ ਰਾਜਾ ਜੈ ਸਿੰਘ, ਉਸ ਨੂੰ ਆਖਿਆ ਗਿਆ ਵੀ ਆਪਣੇ ਘਰ ਗੁਰੂ ਸਾਹਿਬ ਨੂੰ ਆਉਣ ਲਈ ਆਖੋ, ਸੱਦਾ ਭੇਜੋ, ਨਾਲੇ ਮੈਨੂੰ ਦਰਸ਼ਨ ਕਰਵਾਓ। ਖੈਰ ਰਾਜਾ ਜੈ ਸਿੰਘ ਨੇ ਬੇਨਤੀ ਪੱਤਰ ਲਿਖਿਆ, ਦਿੱਲੀ ਦੀ ਸੰਗਤ ਨੇ ਵੀ ਵਿਨੈ ਪੱਤਰ ਲਿਖਿਆ ਵੀ ਰਾਮ ਰਾਏ ਕਈ ਪ੍ਰਕਾਰ ਦੀਆਂ ਗੋਂਦਾਂ ਗੁੰਦ ਕੇ ਸਿੱਖਾਂ ਨੂੰ ਮਹਾਰਾਜ ਗੁੰਮਰਾਹ ਕਰਦਾ ਏ, ਆਪਣੇ ਨਾਲ ਜੋੜਦਾ ਹੈ, ਗੁਰੂ ਘਰ ਨਾਲੋਂ ਤੋੜਦਾ ਹੈ। ਤੁਸੀਂ ਇਹਦੇ ਪਖੰਡ ਦਾ ਭਾਂਡਾ ਦਿੱਲੀ ਆ ਕੇ ਭੰਨੋ, ਦਰਸ਼ਨ ਦਿਓ। ਅਹਿਲਕਾਰ ਰਾਜਾ ਜੈ ਸਿੰਘ ਦੇ ਸੁਨੇਹਾ ਲੈ ਕੇ ਕੀਰਤਪੁਰ ਸਾਹਿਬ ਪਹੁੰਚੇ ਨੇ, ਬੇਨਤੀ ਕੀਤੀ ਹੈ, ਪਰ ਮਹਾਰਾਜ ਨੇ ਇੱਕ ਗੱਲ ਕਹਿ ਦਿੱਤੀ ਵੀ ਸੰਗਤਾਂ ਨੂੰ ਦਰਸ਼ਨ ਦੇਵਾਂਗੇ, ਪਰ ਉਸ ਮਲੇਸ਼ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਸਾਨੂੰ ਕਿਸੇ ਦਾ ਭੈ ਨਹੀਂ। ਬਾਣੀ ਦਾ ਫਰਮਾਨ ਹੈ, ਸਤਿਗੁਰ ਮੇਰਾ ਬੇਮੁਹਤਾਜ, ਮਾਈ ਗੁਰੂ ਇਜ਼ ਟੋਟਲੀ ਇੰਡੀਪੈਂਡੈਂਟ। ਗੁਰੂ ਮੇਰਾ ਬੇਮੁਹਤਾਜ ਹੈ, ਕਿਸੇ ਦੇ ਅੱਗੇ ਦੀਨ ਨਹੀਂ ਹੁੰਦਾ, ਸਿਰ ਨਹੀਂ ਝੁਕਾਉਂਦਾ, ਉਹਨੂੰ ਕਿਸੇ ਦਾ ਡਰ ਨਹੀਂ। ਚੱਲ ਪਈਆਂ ਨੇ ਨਾਲ ਸੰਗਤਾਂ, ਪਰਿਵਾਰ ਨਾਲ ਚੱਲ ਪਿਆ ਹੈ। ਅੰਬਾਲੇ ਦੇ ਇਲਾਕੇ ਵਿੱਚ ਪੰਜੋਖਰੇ ਪਿੰਡ ਪਹੁੰਚੇ ਨੇ। ਇੱਕ ਬੜਾ ਹੰਕਾਰੀ ਬ੍ਰਾਹਮਣ ਲਾਲ ਚੰਦ ਸੀ। ਉਹ ਆ ਕੇ ਕਹਿੰਦਾ ਜੀ ਤੁਹਾਡੀ ਥੋੜ੍ਹੀ ਜਿਹੀ ਉਮਰ ਹੈ, ਨਾਮ ਤੁਸੀਂ ਸ੍ਰੀ ਕ੍ਰਿਸ਼ਨ ਨਾਲੋਂ ਵੀ ਵੱਡਾ ਰੱਖਿਆ ਹੈ, ਅੱਗੇ ਹਰ ਲਫ਼ਜ਼ ਲਾਇਆ ਹੈ, ਸ੍ਰੀ ਹਰ ਕ੍ਰਿਸ਼ਨ ਅਖਵਾਉਂਦੇ ਹੋ। ਕ੍ਰਿਸ਼ਨ ਜੀ ਨੇ ਤੇ ਦੁਨੀਆ ਨੂੰ ਉਪਦੇਸ਼ ਦਿੱਤਾ, ਗੀਤਾ ਉਚਾਰੀ ਹੈ, ਚਲੋ ਤੁਹਾਡੀ ਉਮਰ ਥੋੜ੍ਹੀ ਹੈ, ਤੁਸੀਂ ਰੱਬੀ ਗੀਤ ਤੇ ਕੀ ਉਚਾਰਨੇ ਨੇ ਉਹਦੇ ਅਰਥ ਕਰਕੇ ਹੀ ਸੁਣਾ ਦਿਓ। ਮਹਾਰਾਜ ਕਹਿੰਦੇ ਬ੍ਰਾਹਮਣ ਲਾਲ ਚੰਦ ਜੀ ਜੇ ਮੈਂ ਅਰਥ ਕਰਕੇ ਸੁਣਾ ਦਿੱਤੇ ਤੇ ਤੁਸੀਂ ਕਹਿਣਾ ਹੈ ਗੁਰੂ ਕੇ ਲਾਲ ਨੇ ਕੋਈ ਚੰਗਾ ਉਸਤਾਦ ਰੱਖ ਕੇ ਵਿਦਿਆ ਸਿੱਖ ਲਵੀ ਹੋਵੇਗੀ। ਜਾਓ ਕੋਈ ਇਸ ਨਗਰ ਦੇ ਵਿੱਚੋਂ ਵੇਖ ਪਰਖ ਕੇ ਲੈ ਆਓ, ਉਹੀ ਤੁਹਾਡੇ ਅੱਗੇ ਬੈਠ ਕੇ ਅਰਥ ਕਰੇਗਾ। ਜਿਸ ਨੂੰ ਆਖੋਗੇ ਉਹਦੇ ਕੋਲੋਂ ਹੀ ਅਰਥ ਕਰਵਾ ਦੇਵਾਂਗੇ। ਹੰਕਾਰਿਆ ਬ੍ਰਾਹਮਣ ਛੱਜੂ ਝਿਊਰ ਨੂੰ ਲੈ ਆਇਆ। ਮਸਤਾਨਾ ਦੀਵਾਨਾ ਉਹ ਸੀ ਔਰ ਇਤਿਹਾਸ ਵਿੱਚ ਜ਼ਿਕਰ ਹੈ ਉਹਦੇ ਗਲੂਏ ਮੁਬਾਰਕ ਵਿੱਚ ਤਾਕਤ ਨਹੀਂ ਸੀ, ਉਹ ਗੂੰਗਾ ਸੀ। ਸੋਚਿਆ ਵੀ ਇਹਦੇ ਕੋਲੋਂ ਮਹਾਰਾਜ ਕਿਵੇਂ ਅਰਥ ਕਰਵਾਉਣਗੇ, ਸਾਹਮਣੇ ਬਿਠਾ ਦਿੱਤਾ। ਮਹਾਰਾਜ ਨੇ ਹੱਥ ਵਿੱਚ ਛੋਟੀ ਜਿਹੀ ਛੜੀ ਫੜੀ ਸੀ। ਬਾਲਾ ਪ੍ਰੀਤਮ ਨੇ ਉਹਦੇ ਮਸਤਕ ਤੇ ਛੜੀ ਲਾਈ ਤੇ ਆਖਣ ਲੱਗੇ ਬ੍ਰਾਹਮਣ ਲਾਲ ਚੰਦ ਜੀ ਹੁਣ ਇਹਦੇ ਨਾਲ ਵਿਚਾਰ ਕਰ ਲਵੋ। ਲਾਲ ਚੰਦ ਜਿਹੜਾ ਵੀ ਸਵਾਲ ਕਰਦਾ ਹੈ ਉਹਦਾ ਜਵਾਬ ਛੱਜੂ ਝੂਰ ਦਿੰਦਾ ਹੈ। ਹੱਕਾ ਬੱਕਾ ਰਹਿ ਗਿਆ, ਉਂਗਲਾਂ ਤੇ ਦੰਦੀਆਂ ਵੱਢਦਾ ਹੈ ਵੀ ਗੁੰਗੇ ਦਾ ਗਲੂਆ ਕਿਵੇਂ ਚੱਲ ਪਿਆ। ਉਹ ਤਰਕ ਕਰਨ ਵਾਲੇ ਜਰਾ ਬਾਣੀ ਨੂੰ ਧਿਆਨ ਨਾਲ ਪੜ੍ਹ। ਗੁਰੂ ਸਾਹਿਬ ਕਹਿੰਦੇ ਨੇ ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ। ਦਾ ਗੁਰੂ, that divine Guru is the creator। ਗੁਰੂ ਕਰਤਾ ਹੈ, ਗੁਰੂ ਜੋ ਚਾਹੇ ਕਰ ਸਕਦਾ ਹੈ। ਗੁਰੂ ਕੁੱਲ ਕਾਇਨਾਤ ਦਾ ਮਾਲਕ ਹੈ, ਪਾਪ ਹਰਨ ਵਾਲਾ ਹੈ, ਪਾਪੀਆਂ ਨੂੰ ਪਵਿੱਤਰ ਕਰਦਾ ਹੈ।
ਉਹ ਜੋ ਚਾਹੇ ਕਰ ਸਕਦਾ ਹੈ। ਇੱਥੋਂ ਤੱਕ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ, ਬੜੇ ਬੜੇ ਮੂਰਖਾਂ ਨੂੰ ਚਤੁਰਵਕਤਾ ਪੰਡਤ ਬਣਾ ਸਕਦਾ ਹੈ ਤੇ ਪੰਡਤਾਂ ਨੂੰ ਮੂਰਖ ਮੁਗਧਾਰੀ ਬਣਾ ਸਕਦਾ ਹੈ। ਐਸੀ ਗੁਰੂ ਦੀ ਅਜ਼ਮਤ ਹੈ, ਐਸੀ ਗੁਰੂ ਦੀ ਪਹੁੰਚ ਹੈ, ਐਸੀਆਂ ਬਰਕਤਾਂ ਨੇ ਗੁਰੂ ਦੇ ਵਿੱਚ। ਇੱਥੇ ਉਮਰ ਦੀ ਬਾਤ ਨਹੀਂ ਹੈ, ਅਜ਼ਮਤਾਂ ਨਾਲ ਭਰਪੂਰ ਗੁਰੂ ਨਾਨਕ ਦੀ ਜੋਤ ਗੁਰੂ ਹਰਕ੍ਰਿਸ਼ਨ ਵਿੱਚ ਸੁਭਾਏਮਾਨ ਹੈ। ਬ੍ਰਾਹਮਣ ਲਾਲ ਚੰਦ ਇਹ ਬਰਕਤ ਵੇਖ ਕੇ, ਅਜ਼ਮਤ ਵੇਖ ਕੇ ਗੁਰੂ ਕੇ ਚਰਨੀ ਡਿੱਗ ਪਿਆ। ਗੁਰੂ ਸਾਹਿਬ ਇਹਦੇ ਮਨ ਦੇ ਅਹੰਕਾਰ ਨੂੰ ਮਿਟਾ ਦਿੰਦੇ ਨੇ। ਗੁਰੂ ਕਾ ਇਹ ਸਿੱਖ ਬਣਿਆ। ਇਉਂ ਸੰਗਤਾਂ ਨੂੰ ਤਾਰਦੇ, ਹੰਕਾਰੀਆਂ ਦਾ ਹੰਕਾਰ ਦੂਰ ਕਰਦੇ, ਰੋਗੀਆਂ ਦੇ ਰੋਗ ਮਿਟਾਉਂਦੇ, ਸੋਗੀਆਂ ਦੇ ਸੋਗ ਮਿਟਾਉਂਦੇ, ਪੜਾਓ ਕਰਦੇ ਮਹਾਰਾਜ ਦਿੱਲੀ ਪਹੁੰਚੇ ਨੇ। ਰਾਜਾ ਜੈ ਸਿੰਘ ਨੇ ਆਪ ਜੀ ਦਾ ਉਤਾਰਾ ਰਾਏ ਸੀਨਾ ਵਿੱਚ ਆਪਣੇ ਬੰਗਲੇ ਵਿੱਚ ਕਰਵਾਇਆ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਹੈ। ਮਹਾਰਾਜ ਦੇ ਦਰਸ਼ਨਾਂ ਨੂੰ ਉੱਥੇ ਸੰਗਤਾਂ ਰੋਜ਼ ਆਉਂਦੀਆਂ ਨੇ। ਔਰੰਗਜ਼ੇਬ ਨੇ ਵੀ ਦਰਸ਼ਨਾਂ ਦੀ ਇੱਛਾ ਜ਼ਾਹਰ ਕੀਤੀ ਤੇ ਮਹਾਰਾਜ ਨੇ ਇਹਦੇ ਸ਼ਹਿਜ਼ਾਦੇ ਨੂੰ ਇਹ ਬਚਨ ਕਿਹਾ ਸੀ, ਜੋ ਗੁਰੂ ਸਾਹਿਬ ਨੂੰ ਔਰੰਗਜ਼ੇਬ ਦਾ ਲਖਤੇ ਜਿਗਰ ਦਿਲਬੰਦ ਮਿਲਣ ਆਇਆ ਸੀ। ਮਹਾਰਾਜ ਕਹਿੰਦੇ ਔਰੰਗਜ਼ੇਬ ਨੂੰ ਕਹਿ ਦਿਓ ਵੀ ਸਾਡਾ ਵੱਡਾ ਭਾਈ ਤੁਹਾਡੇ ਕੋਲ ਹੀ ਹੈ, ਤੁਹਾਡੇ ਨਾਲ ਸਹਿਮਤ ਨੇ ਰਾਮ ਰਾਏ ਜੀ, ਤੁਹਾਡੇ ਨਾਲ ਰਾਜਸੀ ਮਸਲਿਆਂ ਤੇ ਗੱਲਬਾਤ ਕਰਦੇ ਨੇ, ਔਰ ਸਾਨੂੰ ਪਿਤਾ ਜੀ ਦਾ ਹੁਕਮ ਹੈ ਵੀ ਤੁਸੀਂ ਸਤਨਾਮ ਦਾ ਉਪਦੇਸ਼ ਦੇ ਕੇ ਲੋਕਾਈ ਨੂੰ ਵਾਹਿਗੁਰੂ ਨਾਲ ਜੋੜਨਾ ਹੈ। ਅਸੀਂ ਉਹ ਕਰਮ ਕਰ ਰਹੇ ਹਾਂ ਬਾਦਸ਼ਾਹ, ਸਾਨੂੰ ਤੇਰੇ ਤਾਈਂ ਕੋਈ ਲੋੜ ਨਹੀਂ, ਗਰਜ਼ ਨਹੀਂ, ਤੈਨੂੰ ਮਿਲ ਕੇ ਅਸੀਂ ਕੀ ਲੈਣਾ ਹੈ। ਐਸੇ ਬਚਨ ਮਹਾਰਾਜ ਨੇ ਕਹੇ। ਸ਼ਹਿਜ਼ਾਦੇ ਨੂੰ ਆਤਮਕ ਉਪਦੇਸ਼ ਦੇ ਕੇ ਨਿਹਾਲ ਕੀਤਾ। ਪਰ ਰਾਮ ਰਾਏ ਜੀ ਦੇ ਗੁਰਤਾ ਗੱਦੀ ਤੇ ਕੀਤੇ ਜਾ ਰਹੇ ਦਾਅਵੇ ਬਾਬਤ ਸ਼ਹਿਜ਼ਾਦੇ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ। ਮਹਾਰਾਜ ਉਹ ਕਹਿੰਦਾ ਗੁਰਤਾ ਦਾ ਮੈਂ ਮਾਲਕ ਹਾਂ। ਮਹਾਰਾਜ ਕਹਿੰਦੇ ਭਾਈ ਗੁਰਤਾ ਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਦੀ ਸ਼ੈ ਨਹੀਂ ਹੈ ਜਿਸ ਤੇ ਪੁੱਤਰਾਂ ਦਾ ਦਾਅਵਾ ਹੋਵੇ। ਵੱਡੇ ਛੋਟੇ ਪੁੱਤਰ ਦੀ ਬਾਤ ਤਾਂ ਛੱਡੋ, ਗੁਰੂ ਨਾਨਕ ਦੇ ਘਰ ਵਿੱਚ ਸੇਵਾ ਸਿਮਰਨ ਹੁਕਮ ਮੰਨਣ ਵਾਲੇ ਨੂੰ ਤਖਤ ਹਾਸਲ ਹੁੰਦਾ ਏ। ਗੁਰੂ ਨਾਨਕ ਸਾਹਿਬ ਨੇ ਆਪਣੇ ਸਪੁੱਤਰਾਂ ਦੀ ਜਗ੍ਹਾ ਤੇ ਬਾਬਾ ਲਹਿਣਾ ਜੀ ਨੂੰ ਗੁਰਤਾ ਗੱਦੀ ਬਖਸ਼ੀ। ਗੁਰੂ ਅੰਗਦ ਸਾਹਿਬ ਨੇ ਆਪਣੇ ਸਪੁੱਤਰਾਂ ਦੀ ਜਗ੍ਹਾ ਤੇ ਆਪਣੇ ਸੇਵਕ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਬਖਸ਼ੀ। ਗੁਰੂ ਘਰ ਵਿੱਚ ਹੁਕਮ ਮੰਨਣ ਵਾਲਾ ਪ੍ਰਵਾਨ ਹੈ। ਪਰ ਬਾਬਾ ਰਾਮ ਰਾਏ ਜੀ ਨੇ ਗੁਰੂ ਕੇ ਵਾਕ ਮਿੱਟੀ ਮੁਸਲਮਾਨ ਕੀ ਤੋਂ ਮਿੱਟੀ ਬੇਈਮਾਨ ਕੀ ਕਿਹਾ, ਗੁਰਬਾਣੀ ਨੂੰ ਬਦਲਿਆ, ਨਿਰਾਦਰੀ ਕੀਤੀ। ਸੋ ਪਿਤਾ ਜੀ ਨੇ ਇਹਨਾਂ ਨੂੰ ਤਿਆਗ ਕੇ ਗੁਰਤਾ ਗੱਦੀ ਦੀ ਸੇਵਾ ਸਾਨੂੰ ਸੌਂਪੀ ਹੈ। ਬਾਬਾ ਰਾਮ ਰਾਏ ਜੀ ਜੋ ਇਲਜ਼ਾਮ ਲਾਉਂਦੇ ਨੇ ਉਹਨਾਂ ਨਾਲ ਵਧੀਕੀ ਹੋਈ ਹੈ, ਬੇਇਨਸਾਫੀ ਹੋਈ ਹੈ, ਇਹਨਾਂ ਦੇ ਦਾਅਵੇ ਸਭ ਝੂਠੇ ਨੇ। ਸ਼ਹਿਜ਼ਾਦੇ ਨੇ ਜਾ ਕੇ ਔਰੰਗਜ਼ੇਬ ਨੂੰ ਦੱਸਿਆ। ਉਸ ਨੂੰ ਯਕੀਨ ਹੋ ਗਿਆ ਕਿ ਰਾਮ ਰਾਏ ਨਾਲ ਬੇਇਨਸਾਫੀ ਨਹੀਂ ਹੋਈ, ਉਹ ਝੂਠ ਬੋਲਦੇ ਨੇ। ਪਰ ਉਹ ਫਿਰ ਵੀ ਦੇਖਣਾ ਚਾਹੁੰਦਾ ਸੀ ਵੀ ਇਹ ਛੋਟੀ ਉਮਰ ਵਾਲੇ ਬਾਲਕ ਵਿੱਚ ਗੁਰੂ ਨਾਨਕ ਦੇ ਤਖਤ ਤੇ ਬੈਠਣ ਵਾਲੀ ਅਜ਼ਮਤ ਸਮਝ ਕਰਾਮਾਤ ਹੈ, ਇਸ ਦੀ ਪਰਖ ਹੋਣੀ ਚਾਹੀਦੀ ਹੈ। ਰਾਜਾ ਜੈ ਸਿੰਘ ਨੂੰ ਕਿਹਾ ਵੀ ਇਹਨਾਂ ਦੀ ਕਰਾਮਾਤੀ ਸ਼ਕਤੀ ਦੀ ਪਰਖ ਕਰੋ, ਪਤਾ ਚੱਲ ਜਾਵੇ ਵੀ ਇਹ ਗੁਰੂ ਨਾਨਕ ਦੇ ਤਖਤ ਤੇ ਬੈਠਣ ਦੇ ਯੋਗ ਵੀ ਨੇ। ਰਾਜਾ ਜੈ ਸਿੰਘ ਨੇ ਵੀ ਵਿਉਂਤ ਘੜੀ, ਮਹਾਰਾਜ ਨੂੰ ਬੇਨਤੀ ਕੀਤੀ, ਮੇਰੇ ਰਾਜ ਮਹਿਲ ਦੇ ਵਿੱਚ ਪ੍ਰਸ਼ਾਦਾ ਛਕੋ, ਪਰਿਵਾਰ ਦਰਸ਼ਨ ਕਰਨੇ ਚਾਹੁੰਦਾ ਹੈ। ਗੁਰੂ ਸਾਹਿਬ ਦਰਸ਼ਨ ਦੇਣ ਜਾਂਦੇ ਨੇ। ਰਾਜੇ ਦੀਆਂ ਇਸਤਰੀਆਂ, ਰਾਣੀਆਂ, ਪਟਰਾਣੀ, ਗੋਲੀਆਂ ਸਭ ਇੱਕ ਜੈਸੇ ਵਸਤਰ ਪਾ ਕੇ ਖਲੋਤੀਆਂ ਨੇ ਤੇ ਰਾਜੇ ਨੇ ਬੇਨਤੀ ਕੀਤੀ, ਮਹਾਰਾਜ ਇਹਨਾਂ ਚੋਂ ਪਛਾਣ ਕਰੋ ਮੇਰੀ ਪਟਰਾਣੀ ਕੌਣ ਹੈ। ਬਾਲਾ ਪ੍ਰੀਤਮ ਜੀ ਦੇ ਹੱਥ ਵਿੱਚ ਛੜੀ ਹੈ, ਸੋਟੀ ਹੈ, ਹਰ ਇੱਕ ਵੱਲ ਵੇਖਦੇ ਨੇ, ਹਰੇਕ ਦੇ ਸਿਰ ਉੱਪਰ ਰੱਖਦੇ ਨੇ ਤੇ ਕਹਿੰਦੇ ਨੇ ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ। ਚਲਦੇ ਚਲਦੇ ਇੱਕ ਦੇ ਸਿਰ ਤੇ ਸੋਟੀ ਰੱਖ ਕੇ ਕਹਿੰਦੇ ਰਾਜਾ ਇਹ ਪਟਰਾਣੀ ਹੈ। ਰਾਜਾ ਹੈਰਾਨ ਰਹਿ ਗਿਆ, ਚਰਨਾਂ ਵਿੱਚ ਡਿੱਗ ਪਿਆ। ਸਮਝ ਲੱਗ ਗਈ ਵਿਣ ਬੋਲਿਆਂ ਸਭ ਕੁਛ ਜਾਣਦਾ, ਇਹ ਸਭ ਹਿਰਦੇ ਦੀਆਂ ਜਾਣਨ ਵਾਲਾ ਹੈ। ਨਾਲੇ ਬਾਣੀ ਦਾ ਫਰਮਾਨ ਇਹ ਵੀ ਹੈ, ਸਤਿਗੁਰ ਨੂੰ ਜਿਹਾ ਕੋ ਇਸ਼ ਦਾ ਤੇਹਾ ਫਲ ਪਾਏ ਕੋਏ, ਜੋ ਕੁਝ ਵੀ ਗੁਰੂ ਪਾਸੋਂ ਮੰਗੀਏ ਮਿਲ ਜਾਂਦਾ ਹੈ। ਨਾਨਕ ਕਰਤਾ ਸਭ ਕੁਛ ਜਾਣਦਾ, ਜਿੱਦੋਂ ਕਿਛ ਗੁੱਝਾ ਨਾ ਹੋਏ। ਗੁਰੂ ਤੋਂ, ਪਰਮੇਸ਼ਰ ਤੋਂ ਕੁਝ ਲੁਕਿਆ ਨਹੀਂ ਹੈ, ਉਹ ਅੰਦਰ ਦੀਆਂ ਬਾਤਾਂ ਨੂੰ ਜਾਣਦਾ ਹੈ।
चरनां विच डिग पए महाराज दे। गुरु साहब ने फिर उपदेश दिता सी भी गुरु की परख नहीं करीदी, गुरु तो उपदेश लैके जीवन सफला करीदा है। गुर की करनी काहे धावहो, नानक गुरमत साच समावहो। ऐसा उपदेश दिता। कई प्रकार दे नाल परखां कीतियां गईयां। बादशाह औरंगजेब नूं अखीर यकीन हो गया भी उम्र छोटी है पर बजुर्गी विच अंदर दी खेड़ गुरु नानक साहब वाली है। बाणी दा फरमान है, सफल मूरत गुरदेव स्वामी सर्ब कला पर पूरे, नानक गुरपार ब्रह्म परमेश्वर सदा सदा हजूरे। वो सफल मूरत है, वो समूह कला दा, अजमतां दा, करामातां दा मालक है, सर्ब कला भरपूरे। ही गॉट ऑल द पावर्स, हर प्रकार दी करामात है गुरु दे कोल। खैर समा आया, दिल्ली दे शहर अंदर चेचक रोग, बड़ा भयंकर रोग उस समय, जिन्हों अजकल समॉल पॉक्स कहते हो, ये फैल गया। उस समय ये रोग ला इलाज सी। अजकल चाहे इसका इलाज आ गया, उस समय इलाज नहीं सी। दुखां लदी घड़ी विच हज़ारां लोग मर रहे सन। दुखियारे गुरु साहब के दर्शनां लई उन्हां दे निवास स्थान आउंदे सन। हजूरी सेवादार गुरु साहब का चरना अमृत इन्हां रोगियां नूं छकाउंदे सन, नाल वाहिगुरू दा नाम जपाउंदे सन ते रोगी ठीक हो रहे सन। बाणी दा फरमान है, ये वाधू दियां साखियां नहीं। गुर का दर्शन देख देख जीवा, गुर के चरण धोए धोए पीवा। गुरु दे चरनां नूं धो के पी लवां, गुरु दे दर्शनां नूं वेख के जूया करां। होवेगा की कहंदे, गुर चरणी जाका मन लागै, दुख दर्द भ्रम तां का भागै। ਜਿਹਦਾ भी गुरु के चरनां नाल मन लग जाता है, ਉਹਦੇ मन के दुख, शरीर के दर्द, रोग सोग मिट जाते ने। ऐसी अजमत है गुरु दे विच। भाई साहब भाई नंद लाल ने भी परशियन दे विच एक वचन कहा है, कहते गुरु हर कृष्ण, गुरु हर कृष्ण आ हमा फजलो जूद, हकश अज हमा खास गां बरसतूद। आए गुरु हर कृष्ण तू मेहरबानी अते किरपा दा पुंज है। रब दे सारे खास लोग साधु सतपुरुष तेरी सिफतो सलाह करते ने। रब दे हुक्म विच तू अजमती है, बरकतां देण वाला है। समा आया, गुरु साहब नूं भी ये चेचक दा रोग पंज भूतक शरीर ताईं लगा। सिखां ने बेनती की, महाराज रोग सोग दे हरता करता हो, किरपा करके इस अपने रोग की निवृत्ति भी कर लवो। महाराज आखण लगे, अकाल पुरख परमेश्वर ने लुकाई दे भले हित अपनी अगम्मी जोत नूं गुरु नानक साहब दे स्वरूप विच टिका के दुनिया ते भेजिया। जिवें बाणी दा फरमान है, जोत रूप हराप गुरु नानक कहायो। अगम्मी जोत ने साडे समेत महाराज कहंदे 8 जामे अज तक धारे ने। जिन्ना जिन्ना समा जिस जामे नूं गुरु परमेश्वर अकाल पुरख दा हुक्म सी, इस जामे ने अकाल पुरख का नाम दुनिया ते लुकाई दे भले हित जपाया है। सो इस 8वें जामे विच जिन्नी साडी सेवा लगी सी, जिन्नी गुरु जोत ने सेवा इस जामे राही निभाउणी सी, वो निभ गई है। हुण 5 भूतक शरीर त्याग के असीं 9वां जामा बाबा बकाला विखे जाके धारना है। संगत वैराग विच सी, महाराज कहंदे भाणे विच रहना है। इस तरह गुरु हरकृष्ण साहब जी ने अखीरले समय राजा जय सिंह दे बंगले विचों आसन चुकवा के जमुना दे कंढे ते डेरा कर लिया। अखीर 5 भूतक शरीर त्याग गए। अगम्मी जोत गुरु तेग बहादुर साहिब अंदर टिका दिती। बाणी दा फरमान है, जोत ओह जुगत साई सह काया फेर पलटी है। काया ही बदली है। जोत ओही सी जो गुरु तेग बहादुर साहिब सच्चे पातशाह विच टिक गई, जो पहले 8 जामियां विच टिकी सी। महाराज दीन दुनिया दे मालक चेतर सुदी 14 1721 बिक्रमी भाव 6 अप्रैल 1664 ईस्वी नूं दिल्ली जमुना नदी के किनारे 5 भूतक शरीर त्याग गए, जिथे अजकल गुरुद्वारा बाला साहिब बनिया है। तकरीबन 7 साल ते 8 महीने की उन्हां दी उम्र सी। 2 साल ते 5 महीने उन्होंने गुरियाई की है। इस तरह सिखा बाला प्रीतम जी दूसरियां दे दुख अपने ते लैके मनुखता नूं सुख प्रदान करके रब्बी भाणे नूं खिड़े मथे प्रवान करते हुए सचखंड चले गए और यही कहा, जो तिस भावै नानका हुक्म सोई परवानो,
ਜੋ ਵੀ ਪਰਮਾਤਮਾ ਦਾ ਹੁਕਮ ਹੈ ਉਹਦੇ ਵਿੱਚ ਚੱਲਣਾ ਚਾਹੀਦਾ ਹੈ। ਗੁਰੂ ਮਹਾਰਾਜ ਦੀ ਲੋਕਾਈ ਨੂੰ ਮਹਾਨ ਦੇਣ ਹੈ, ਰੋਗਾਂ ਸੋਗਾਂ ਦੇ ਹਰਤਾ ਸਨ। ਐਸੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਜੀ ਉਹਨਾਂ ਦੇ ਚਰਨਾਂ ਵਿੱਚ ਸਿਜਦਾ ਹੈ, ਉਹਨਾਂ ਦੇ ਅੱਗੇ ਸਿਰ ਝੁਕਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੰਡੀ ਦੀ ਵਾਰ ਵਿੱਚ ਉਹਨਾਂ ਦੀ ਵਡਿਆਈ ਵਿੱਚ ਇੱਕ ਬਚਨ ਲਿਖਿਆ, ਕਹਿੰਦੇ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਗੁਰੂ ਹਰਿਕ੍ਰਿਸ਼ਨ ਵਿੱਚ ਐਸੀ ਅਜ਼ਮਤ ਹੈ, ਉਹਦੀ ਨਜ਼ਰ ਵੀ ਤੁਹਾਡੇ ਤੇ ਪੈ ਗਈ, ਉਹਦੇ ਦਰਸ਼ਨ ਤੁਸੀਂ ਕਰ ਲਏ, ਹਰ ਪ੍ਰਕਾਰ ਦੇ ਸਰੀਰ ਦੇ ਰੋਗ ਤੇ ਮਨ ਦੇ ਸੋਗ ਮਿਟ ਜਾਂਦੇ ਨੇ। ਜਿਵੇਂ ਬਾਣੀ ਦਾ ਫਰਮਾਨ ਹੈ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ। ਦੁੱਖਾਂ ਨੂੰ ਬਿਦਾਰਨ ਵਾਲੇ ਗੁਰੂ ਹਰਿਕ੍ਰਿਸ਼ਨ ਨੇ, ਉਹਨਾਂ ਦੇ ਚਰਨਾਂ ਨਾਲ ਜੁੜੀਏ, ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।